ਵੱਡੀ ਖਬਰ ਅਮਰੀਕਾ ਦੇ ਨਾਗਰਿਕ ਅਤੇ ਭਾਰਤ ਵਿੱਚ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨਾਲ ਜੁੜੀ ਹੋਈ ਹੈ। ਕਈ ਮਹੀਨੇ ਪਹਿਲਾਂ ਪੰਨੂ ਖਿਲਾਫ ਨਿਊਯਾਰਕ ਦੇ ਵਿੱਚ ਨਾਕਾਮ ਸਾਜ਼ਿਸ਼ ਰਚਨ ਦਾ ਮਾਮਲਾ ਹੁਣ ਸੰਸਦ ਦੇ ਵਿੱਚ ਵੀ ਗੂੰਜਣ ਲੱਗਿਆ ਹੈ। ਅਮਰੀਕੀ ਸੰਸਦ ਮੈਂਬਰਾਂ ਦੇ ਇੱਕ ਗਰੁੱਪ ਨੇ ਇਸ ਮਾਮਲੇ ਨੂੰ ਲੈ ਕੇ ਭਾਰਤ ਦੀ ਆਲੋਚਨਾ ਕੀਤੀ ਹੈ। ਅਮਰੀਕੀ ਵਕੀਲਾਂ ਨੇ ਉਸ ਵਿਅਕਤੀ ਨਾਲ ਇੱਕ ਭਾਰਤੀ ਅਧਿਕਾਰੀ ਦਾ ਸੰਬੰਧ ਦੱਸਿਆ ਹੈ ਜਿਸ ਤੇ ਸਾਜ਼ਿਸ਼ ਰਚਨ ਦਾ ਦੋਸ਼ ਲਾਇਆ ਗਿਆ ਹੈ। ਸੰਸਦ ਮੈਂਬਰਾਂ ਨੇ ਵਿਦੇਸ਼ੀ ਸੰਬੰਧਾਂ ਬਾਰੇ ਸੰਸਦੀ ਕਮੇਟੀ ਵੱਲੋਂ ਕੌਮਾਂਤਰੀ ਕੰਟਰੋਲ ਅਧਿਕਾਰਾਂ ਤੇ ਸੁਰੱਖਿਆ ਲਈ ਇੱਕ ਆਲਮੀ ਖਤਰਾ ਵਿਸ਼ੇ ਤੇ ਕਰਵਾਏ ਗਏ ਸਮਾਗਮ ਦੌਰਾਨ ਇਹ ਗੱਲ ਕਹੀ। ਇਹ ਸਮਾਗਮ ਚੀਨ ਨੂੰ ਕੇਂਦਰ ਵਿੱਚ ਰੱਖ ਕੇ ਕਰਵਾਇਆ ਗਿਆ ਸੀ, ਪਰ ਕੈਨੇਡਾ ਤੇ ਅਮਰੀਕਾ ਦੇ ਦੋਸ਼ਾਂ ਦੇ ਸੰਬੰਧ ਵਿੱਚ ਕਈ ਵਾਰੀ ਭਾਰਤ ਦਾ ਜ਼ਿਕਰ ਕੀਤਾ ਗਿਆ। ਕਮੇਟੀ ਦੇ ਚੇਅਰਮੈਨ ਬੇਨ ਕਾਰਡਨ ਨੇ ਕਿਹਾ ਕਿ ਅਸੀਂ ਨਿਊਯਾਰਕ ਦੇ ਵਿੱਚ ਇੱਕ ਅਮਰੀਕੀ ਨਾਗਰਿਕ ਖਿਲਾਫ ਸਾਜ਼ਿਸ਼ ਰਚਨ ਵਿੱਚ ਭਾਰਤ ਸਰਕਾਰ ਦੇ ਇੱਕ ਅਧਿਕਾਰੀ ਦੇ ਸ਼ਾਮਲ ਹੋਣ ਦੇ ਦੋਸ਼ਾਂ ਬਾਰੇ ਸੁਣਿਆ ਹੈ। ਡੈਮੋਕ੍ਰੈਟਿਕ ਸੰਸਦ ਮੈਂਬਰ ਟਿਮ ਕਾਈਨ ਨੇ ਕਿਹਾ ਕਿ ਅਸੀਂ ਅਕਸਰ ਕਹਿੰਦੇ ਹਾਂ ਕਿ ਅਸੀਂ ਦੁਨੀਆ ਦੇ ਸਭ ਤੋਂ ਪੁਰਾਣੇ ਜਮਹੂਰੀ ਦੇਸ਼ ਹਾਂ ਤੇ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਜਮਹੂਰੀ ਮੁਲਕ ਹੈ, ਪਰ ਇਹ ਵਿਹਾਰ ਲੋਕਤੰਤਰ ਵਰਗਾ ਨਹੀਂ ਹੈ। The Sikh community is reeling because their leaders are being targeted for political assassinations. Just a few short days ago, the US Justice Department announced that an Indian government official had directed the attempted assassination of a Sikh community leader on US soil. This follows the murder of Sikh leader Hardep Singh Nijjar in British Columbia, again directed by an Indian government official. These actions show how far to the extreme the BJP government in India has lurched. If the BJP administration is actively plotting to kill political opponents in the US and Canada, just imagine what's happening in India itself. All Australian politicians should now show solidarity with our Sikh community, who are the most visible targets of this extreme political violence. I know there's apprehension in the Sikh community about their safety here, and I can see why they're concerned. We have raised this directly with security agencies, including ASIO. ASIO has informed me that there is no current identifiable threat to the Sikh community here. The Sikh community is very visible in public places, and especially when they're involved in politics. They deserve a clear and direct assurance from the Australian government that proactive measures are being taken to ensure their safety. ਇਸ ਦਰਮਿਆਨ ਅਮਰੀਕਾ ਦੀ ਵੱਡੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਯਾਨੀ ਕਿ FBI ਦੇ ਡਾਇਰੈਕਟਰ ਕ੍ਰਿਸਟੋਫਰ ਰੇ ਵੀ ਅਗਲੇ ਹਫ਼ਤੇ ਭਾਰਤ ਪਹੁੰਚਣਗੇ ਤੇ ਉਹਨਾਂ ਦਾ ਭਾਰਤ ਦੌਰਾ ਉਸ ਵਕਤ ਹੋ ਰਿਹਾ ਜਦੋਂ ਅਮਰੀਕਾ ਨੇ ਪੰਨੂ ਮਾਮਲੇ ਦੇ ਵਿੱਚ ਭਾਰਤ ਤੇ ਜਾਂਚ ਲਈ ਦਬਾਅ ਬਣਾਇਆ ਹੋਇਆ ਹੈ। ਭਾਰਤ ਵਿੱਚ ਅਮਰੀਕੀ ਰਾਜਦੂਤ ਐਰਿਕ ਗਰਸੇਟੀ ਨੇ ਦਿੱਲੀ ਵਿੱਚ ਇੱਕ ਸਮਾਗਮ ਵਿੱਚ ਕ੍ਰਿਸਟੋਫਰ ਰੇ ਦੇ ਦੌਰੇ ਦੀ ਪੁਸ਼ਟੀ ਕੀਤੀ ਹੈ। ਇਸ ਦਰਮਿਆਨ ਭਾਰਤੀ ਸੁਰੱਖਿਆ ਏਜੰਸੀਆਂ ਨਾਲ ਜੁੜੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੇ ਜਾਣ ਦੀ ਵੀ ਸੰਭਾਵਨਾ ਹੈ। ਇਹ ਵੀ ਪਤਾ ਲੱਗਿਆ ਹੈ ਕਿ FBI ਦੇ ਡਾਇਰੈਕਟਰ ਦੇ ਵੱਲੋਂ CBI ਅਤੇ NIA ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਜਾਏਗੀ ਅਤੇ NIA ਪੰਨੂ ਮਾਮਲਾ ਕ੍ਰਿਸਟੋਫਰ ਦੇ ਸਾਹਮਣੇ ਰੱਖੇਗੀ। ਪੰਨੂ ਦਾ ਮਾਮਲਾ ਰਾਜ ਸਭਾ ਦੇ ਵਿੱਚ ਵੀ ਗੂੰਜਿਆ ਹੈ। ਇੱਕ ਸਵਾਲ ਦੇ ਜਵਾਬ ਦੇ ਵਿੱਚ ਭਾਰਤ ਦੇ ਵਿਦੇਸ਼ ਮੰਤਰੀ S ਜੈ ਸ਼ੰਕਰ ਨੇ ਦੱਸਿਆ ਕਿ ਅਮਰੀਕਾ ਨੇ ਜਿਹੜੀ ਜਾਣਕਾਰੀ ਦਿੱਤੀ ਸੀ ਉਸ ਤੇ ਭਾਰਤ ਨੇ ਜਾਂਚ ਕਮੇਟੀ ਬਣਾ ਦਿੱਤੀ ਸੀ ਤੇ ਜਾਂਚ ਚੱਲ ਰਹੀ ਹੈ ਕਿਉਂਕਿ ਇਸ ਜਾਣਕਾਰੀ ਦਾ ਦੇਸ਼ ਦੀ ਸੁਰੱਖਿਆ ਤੇ ਅਸਰ ਪੈ ਸਕਦਾ ਹੈ। ਕਹਿੰਦੇ ਅਮਰੀਕਾ ਨੇ ਦੋਸ਼ ਲਾਇਆ ਸੀ ਕਿ ਪੰਨੂ ਨੂੰ ਉਹਨਾਂ ਦੀ ਸਰਜ਼ਮੀਨ ਤੇ ਖਤਮ ਕਰਨ ਲਈ ਭਾਰਤ ਦੀ ਸ਼ਮੂਲੀਅਤ ਸਾਹਮਣੇ ਆਈ ਸੀ ਜਿਸ ਨੂੰ ਨਾਕਾਮ ਕਰ ਦਿੱਤਾ ਗਿਆ ਤੇ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ ਤੇ ਭਾਰਤ ਇਸ ਤੇ ਜਾਂਚ ਕਰ ਰਿਹਾ ਹੈ। That insofar as the US is concerned, certain inputs were given to us as part of our security cooperation with the United States. Those inputs were of concern to us because they related to the nexus of organized crime, trafficking, and other matters. So, because it has a bearing on our own national security, it was decided to institute an inquiry into the matter, and an inquiry committee has been constituted. ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਮਾਮਲੇ ਤੇ ਆਪਣਾ ਬਿਆਨ ਦਿੱਤਾ। ਹਾਲਾਂਕਿ ਸਵਾਲ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਭਾਰਤੀ ਸੰਸਦ ਤੇ ਹਮਲਾ ਕਰਨ ਦੀ ਚੇਤਾਵਨੀ ਦੇ ਨਾਲ ਜੁੜਿਆ ਹੋਇਆ ਸੀ। ਇਸ ਤੇ ਅਰਿੰਦਮ ਬਾਗਚੀ ਨੇ ਕਿਹਾ ਕਿ ਸੁਰੱਖਿਆ ਮਾਮਲਿਆਂ ਤੇ ਭਾਵੇਂ ਟਿੱਪਣੀ ਕਰਨ ਲਈ ਮੈਂ ਸਹੀ ਵਿਅਕਤੀ ਨਹੀਂ ਹਾਂ, ਪਰ ਅਸੀਂ ਖਾਸ ਤੌਰ ਤੇ ਚੇਤਾਵਨੀਆਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਹਾਲਾਂਕਿ ਕਹਿੰਦੇ ਮੈਂ ਇਸ ਤਰ੍ਹਾਂ ਦੇ ਪੰਨੂ ਵਰਗੇ ਦਹਿਸ਼ਤਗਰਦਾਂ ਤੇ ਕੋਈ ਬਿਆਨ ਨਹੀਂ ਦੇਣਾ ਚਾਹੁੰਦਾ ਜੋ ਧਮਕੀਆਂ ਦੇ ਕੇ media ਦੀ coverage ਹਾਸਲ ਕਰਦੇ ਨੇ। I'm not the right person to comment on security issues, but yes, we do take threats seriously, particularly if, depending on the context of that. In the specific case, yes, on the parliament, we are caught in a bind here. I don't want to amplify or give too much of credence to such extremists who make threats and get a lot of coverage. But on the other hand, we take this seriously. In this particular case, I know that we have taken up this matter with the, I think, US and Canadian authorities about this threat. But as I said, I don't want,
extremists and terrorists have a tendency of wanting media coverage on an issue, and I wouldn't like to dignify them that way. ਦੂਸਰੇ ਪਾਸੇ ਭਾਰਤ ਨੇ ਪੰਨੂ ਦੀ ਹਵਾਲਗੀ ਲਈ ਅਮਰੀਕਾ ਦੀ ਮਦਦ ਮੰਗੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਰਕਾਰ ਨੇ ਪੰਨੂ ਵੱਲੋਂ ਸੰਸਦ ਤੇ ਹਮਲਾ ਕਰਨ ਦੀਆਂ ਧਮਕੀਆਂ ਦੇ ਨਾਲ-ਨਾਲ ਵਿਦੇਸ਼ ਵਿੱਚ ਲੋਕਾਂ ਨੂੰ 에ਅਰ ਇੰਡੀਆ ਦੀਆਂ ਉਡਾਣਾਂ ਤੇ ਚੜ੍ਹਨ ਤੋਂ ਰੋਕਣ ਦੀਆਂ ਅਪੀਲਾਂ ਕਰਨ ਲਈ ਅਮਰੀਕਾ ਤੇ ਕੈਨੇਡਾ ਕੋਲ ਆਪਣੀ ਫਿਕਰਮੰਦੀ ਜਤਾਈ ਹੈ। ਅਰਿੰਦਮ ਬਾਗਚੀ ਨੇ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਦੇ ਲਈ ਪੰਨੂ ਸਾਡੀਆਂ ਏਜੰਸੀਆਂ ਨੂੰ ਲੋੜੀਂਦਾ ਹੈ। ਇੱਕ ਪ੍ਰਕਿਰਿਆ ਹੈ ਜਿਸ ਤਹਿਤ ਅਸੀਂ ਸਹਾਇਤਾ ਦੀ ਮੰਗ ਕਰਦੇ ਹਾਂ। ਭਾਰਤ ਵਿੱਚ ਕੀਤੇ ਗਏ ਅਪਰਾਧਾਂ ਲਈ ਇਸ ਦੀ ਜ਼ਿੰਮੇਵਾਰੀ ਤੈਅ ਕਰਦਿਆਂ ਪੰਨੂ ਦੀ ਹਵਾਲਗੀ ਲਈ ਬੇਨਤੀਆਂ ਕੀਤੀਆਂ ਗਈਆਂ ਨੇ। ਉਨ੍ਹਾਂ ਕਿਹਾ ਕਿ ਪੰਨੂ ਖਿਲਾਫ ਵੱਖ-ਵੱਖ ਮਾਮਲਿਆਂ ਦੇ ਵਿੱਚ ਭਾਰਤ ਵਿੱਚ ਕਈ ਮਾਮਲੇ ਦਰਜ ਨੇ। ਹਾਲਾਂਕਿ ਇੰਟਰਪੋਲ ਨੇ ਪੰਨੂ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਭਾਰਤ ਦੀ ਬੇਨਤੀ ਨੂੰ 2 ਵਾਰੀ ਰੱਦ ਕਰ ਦਿੱਤਾ ਹੈ। ਇਸ ਮਸਲੇ ਤੋਂ ਇਲਾਵਾ ਭਾਰਤੀ ਵਿਦੇਸ਼ ਮੰਤਰਾਲੇ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਭਾਰਤ ਦੇ ਵਿੱਚ ਅਫਗਾਨਿਸਤਾਨ ਦੇ ਦੂਤਾਵਾਸ ਲਗਾਤਾਰ ਆਪਣਾ ਕੰਮ ਕਰ ਰਹੇ ਨੇ, ਬੰਦ ਨਹੀਂ ਹੋਏ। ਹਾਲਾਂਕਿ ਪਿਛਲੇ ਦਿਨੀ ਅਫਗਾਨਿਸਤਾਨ ਦੇ ਅਧਿਕਾਰੀਆਂ ਵੱਲੋਂ ਦੂਤਾਵਾਸ ਬੰਦ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਸੀ। On the Afghan embassy issue, all I could say is, as per our understanding, the Afghan embassy in New Delhi and the consulates in Mumbai and Hyderabad are functioning, and you can see from the flag who they represent, and our position on recognition of entities has not changed. So I think that's what it is, and I guess the diplomats, Afghan diplomats who are here, are providing assistance or continue to provide services to the Afghan nationals here. ਵਿਦੇਸ਼ ਮੰਤਰਾਲੇ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਕਤਰ ਦੇ ਵਿੱਚ ਭਾਰਤੀ ਰਾਜਦੂਤ ਨੇ 4 ਦਿਨ ਪਹਿਲਾਂ ਮੌਤ ਦੀ ਸਜ਼ਾ ਯਾਫਤਾ 8 ਸਾਬਕਾ ਭਾਰਤੀ ਜਲ ਸੈਨਿਕਾਂ ਨਾਲ ਮੁਲਾਕਾਤ ਕੀਤੀ ਤੇ ਕਤਰ ਦੀ ਅਦਾਲਤ ਵੱਲੋਂ ਉਹਨਾਂ ਨੂੰ ਸੁਣਾਈ ਗਈ ਵੱਡੀ ਸਜ਼ਾ ਖਿਲਾਫ ਦਾਇਰ ਅਪੀਲ ਤੇ 2 ਸੁਣਵਾਈਆਂ ਹੋ ਚੁੱਕੀਆਂ ਨੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਕੇਸ ਤੇ ਅਸੀਂ ਨੇੜਿਓਂ ਨਜ਼ਰ ਰੱਖ ਰਹੇ ਹਾਂ ਤੇ ਸਾਬਕਾ ਸੈਨਿਕਾਂ ਨੂੰ ਹਰ ਕਾਨੂੰਨੀ ਮਦਦ ਮੁਹੱਈਆ ਕਰਵਾਉਣ ਦਾ ਵੀ ਭਰੋਸਾ ਦਿੱਤਾ। न्यायिक प्रक्रिया चल रही है जिसमें हमने एक अपील भी फाइल कर रखी है, और हमने पहले कहा था कि हम इस विषय को कतर के साथ भी हम रहेंगे, उनके कतरी अथॉरिटीज़ के साथ हम कांटेक्ट बनाए रखेंगे इस मामले में। इसके डिटेल मैं कुछ शेयर नहीं कर पा रहा हूँ क्योंकि ये संगीन मामला है और मैं इस पर ज़्यादा कुछ कहना नहीं चाहता हूँ, पर मैं ये भी नहीं कहना चाहता हूँ कि अलग अलग प्रोसेस है। हम जो भी जिस तरह से भी असिस्ट कर सकते हैं हम करेंगे। अभी के लिए फोकस हमारा ये न्यायिक प्रक्रिया पे है, पर हम कतर के साथ भी एंगेज रहे हैं काफ़ी।